Dear student, once again welcome to my YouTube channel Deep Classes of Physics. As you know, we were discussing about the vector, and today we are going to discuss further the vector part 4th. ਵੈਕਟਰ ਦਾ ਪਾਰਟ 1 ਤੇ 2 ਤੇ 3 ਜਿਹੜਾ ਆਈ ਹੋਪ ਕਿ ਤੁਸੀਂ ਚੰਗੇ ਤਰੀਕੇ ਨਾਲ ਉਹਨੂੰ ਦੇਖਿਆ ਹੋਵੇਗਾ। ਠੀਕ ਹੈ, ਹੁਣ ਅਸੀਂ ਅੱਜ ਵੈਕਟਰ ਦੇ 4th ਪਾਰਟ ਦੇ ਵਿੱਚ ਅਸੀਂ ਜਿਹੜਾ ਹੈ ਮੇਨ ਟੌਪਿਕ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਵਾਟ ਇਜ਼ ਰਿਜ਼ਲਟੈਂਟ ਵੈਕਟਰ। ਅੱਜ ਦਾ ਟੌਪਿਕ ਹੈ ਸਾਡਾ ਰਿਜ਼ਲਟੈਂਟ ਵੈਕਟਰ, ਜਿਹੜਾ ਬਹੁਤ ਹੀ ਇੰਪੋਰਟੈਂਟ ਜਿਹੜਾ ਉਹ ਟੌਪਿਕ ਹੈ। ਇਸ ਤੋਂ ਅੱਗੇ ਜਿੰਨੇ ਵੀ ਸਾਰੇ ਟੌਪਿਕਸ ਆਣਗੇ ਉਹ ਮੋਸਟਲੀ ਜਿਹੜਾ ਰਿਜ਼ਲਟੈਂਟ ਵੈਕਟਰ ਦੇ ਉੱਪਰ ਬੇਸ ਹੋਣਗੇ। ਨਾਓ ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਸਪੋਜ਼ a body is moving from point A to point B। ਮੰਨ ਲਓ ਕਿ ਇੱਕ ਬੋਡੀ ਜਿਹੜੀ ਹੈ A ਪੁਆਇੰਟ ਤੋਂ ਉਹ B ਪੁਆਇੰਟ ਵਾਲੇ ਪਾਸੇ ਜਿਹੜੀ ਹੈ ਉਹ ਚਲੀ ਗਈ, A to B। ਹਾਂਜੀ, ਕਲੀਅਰ। ਜਦੋਂ A ਤੋਂ B ਗਈ ਤੇ ਅਸੀਂ ਉਸ ਨੂੰ ਇੱਕ ਵੈਕਟਰ ਦੇ ਰਾਹੀਂ ਆਪਾਂ ਨੂੰ ਜਿਹੜਾ ਹੈ ਰਿਪਰੈਜ਼ੈਂਟ ਕੀਤਾ, ਜਿਸ ਵੈਕਟਰ ਦੀ ਟੇਲ A ਉੱਪਰ ਹੋਏਗੀ ਤੇ ਵੈਕਟਰ ਦੀ ਜਿਹੜੀ ਟਿਪ ਹੈ ਉਹ B ਉੱਪਰ ਹੋਏਗੀ। ਨਾਓ ਆਫਟਰ ਸਮ ਟਾਈਮ ਬੋਡੀ ਰੀਚਿਸ ਐਟ ਪੁਆਇੰਟ C ਫਰੋਮ B। ਉਹ ਬੋਡੀ ਜਿਹੜੀ ਹੈ B ਤੋਂ ਬਾਅਦ ਵਿੱਚੋਂ ਜਿਹੜੀ ਹੈ ਬੋਡੀ C ਤੇ ਚਲੀ ਗਈ। ਹਾਂਜੀ, ਕਲੀਅਰ। ਪਹਿਲਾਂ ਬੋਡੀ A ਤੋਂ B ਤੇ ਗਈ, ਉਸ ਤੋਂ ਬਾਅਦ ਬੋਡੀ ਜਿਹੜੀ ਹੈ B ਤੋਂ C ਪੁਆਇੰਟ ਉੱਪਰ ਜਿਹੜੀ ਹੈ ਉਹ ਚਲੀ ਗਈ। ਇਹਨਾਂ ਦੋਨਾਂ ਵੈਕਟਰਸ ਨੇ AB ਤੇ BC, ਇਹਨਾਂ ਦੋਨਾਂ ਵੈਕਟਰਸ ਨੇ ਕੀ ਕੀਤਾ, ਬੋਡੀ ਨੂੰ A ਤੋਂ ਲੈ ਕੇ C ਤੱਕ ਤੇ ਪਹੁੰਚਾਇਆ। ਹਾਂਜੀ, ਕਲੀਅਰ। ਇਹਨਾਂ ਦੋਨਾਂ ਵੈਕਟਰਸ ਦਾ ਕੰਬਾਈਨਡ ਇਫੈਕਟ ਕੀ ਪਿਆ, ਇਹਨਾਂ ਦੋਨਾਂ ਨੇ ਰਲ ਕੇ ਬੋਡੀ ਨੂੰ A ਤੋਂ C ਦੇ ਉੱਪਰ ਜਿਹੜਾ ਹੈ ਪਹੁੰਚਾ ਦਿੱਤਾ। ਹਾਂਜੀ, ਕਲੀਅਰ ਹੈ। ਪਹਿਲਾਂ A ਤੋਂ B ਗਈ, ਫਿਰ ਉਹ B ਤੋਂ C ਗਈ। ਇਹਦਾ ਮਤਲਬ ਇਹਨਾਂ ਦੋਨਾਂ ਦਾ ਇਫੈਕਟ ਆ ਹੋਇਆ ਕਿ ਬੋਡੀ ਰੀਚਿਸ ਫਰੋਮ A to C। ਬਟ I can go directly from A to C। मैं A ਤੋਂ C ਸਿੱਧਾ ਵੀ ਜਾ ਸਕਦਾ ਹਾਂ। ਦੇਖੋ like this, I can go from A to C। ਹਾਂਜੀ, ਕਲੀਅਰ। ਇਹਨਾਂ ਦੋਨਾਂ ਵੈਕਟਰ ਨੇ, ਇਹਨਾਂ ਦੇ ਨੇਮਿੰਗ ਕਰ ਦਿੰਨੇ ਆ। ਇਹਦਾ ਨੇਮ ਜਿਹੜਾ ਅਸੀਂ ਰੱਖ ਦਿੱਤਾ, ਮੰਨ ਲਓ P ਵੈਕਟਰ। ਆਹ ਜਿਹੜਾ ਵੈਕਟਰ ਹੈ ਉਹਦਾ ਨਾਮ ਅਸੀਂ P ਰੱਖ ਦਿੱਤਾ, ਜੋ ਮਰਜ਼ੀ ਰੱਖ ਲਓ। ਆਹ ਵੈਕਟਰ ਹੈ, ਇਹਦਾ ਨੇਮ ਅਸੀਂ ਜਿਹੜਾ ਹੈ Q ਵੈਕਟਰ ਰੱਖ ਦਿੱਤਾ। P ਤੇ Q ਦੋਨਾਂ ਨੇ ਬੋਡੀ ਨੂੰ C ਤੇ ਪਹੁੰਚਾਇਆ। ਹਾਂਜੀ, ਕਲੀਅਰ। ਤੇ ਇਹਦਾ ਨਾਮ ਜਿਹੜਾ ਹੈ ਮੈਂ ਆਪਣਾ R ਰੱਖ ਦਿੱਤਾ। ਇਸ R ਵੈਕਟਰ ਨੇ ਬੋਡੀ ਨੂੰ ਡਾਇਰੈਕਟਲੀ ਫਰੋਮ A to C ਤੇ ਪਹੁੰਚਾਤਾ। ਇਹਦਾ ਮਤਲਬ ਜੋ ਇਫੈਕਟ ਇਹਨਾਂ ਦੋਨਾਂ ਨੇ ਕੰਬਾਈਨਡ ਸ਼ੋ ਕੀਤਾ, ਆ ਦੋ ਵੈਕਟਰ ਜਿਹੜੇ ਦੇਖੋ ਇਹਨਾਂ ਦੋਨਾਂ ਨੇ ਕੰਬਾਈਨਡ ਸ਼ੋ ਕੀਤਾ, ਉਹੀਓ ਇਫੈਕਟ ਇਸ ਕੱਲੇ ਵੈਕਟਰ ਨੇ, ਇਹ ਸਿੰਗਲ ਵੈਕਟਰ ਨੇ ਸ਼ੋ ਕਰਤਾ। ਇਹਨਾਂ ਨੇ ਦੋਨਾਂ ਨੇ ਕੰਬਾਈਨਡ ਕੀ ਸ਼ੋ ਕੀਤਾ ਕਿ ਬੋਡੀ ਨੂੰ A ਤੋਂ C ਪਹੁੰਚਾਇਆ। ਇਹ ਕੱਲੇ ਵੈਕਟਰ ਨੇ ਉਹੀਓ ਇਫੈਕਟ ਜਿਹੜਾ ਹੈ ਪ੍ਰੋਡਿਊਸ ਕਰ ਦਿੱਤਾ। ਠੀਕ ਹੈ, ਉਹਨੇ ਵੀ ਬੋਡੀ ਨੂੰ A ਤੋਂ C ਤੇ ਪਹੁੰਚਾਤਾ। ਐਂਡ ਦੈਟ ਸਿੰਗਲ ਵੈਕਟਰ, ਜਿਹੜਾ ਆ ਸਿੰਗਲ ਵੈਕਟਰ ਹੈ, ਜਿਹੜਾ ਦੋਨਾਂ ਦਾ ਕੰਬਾਈਨਡ ਇਫੈਕਟ ਸਾਨੂੰ ਸ਼ੋ ਕਰ ਰਿਹਾ ਹੈ, ਇਸ ਸਿੰਗਲ ਵੈਕਟਰ ਨੂੰ ਅਸੀਂ ਬੋਲਦੇ ਹਾਂ ਰਿਜ਼ਲਟੈਂਟ ਵੈਕਟਰ। ਇਹ ਸਾਡਾ ਰਿਜ਼ਲਟੈਂਟ ਹੈ ਇਹਨਾਂ ਦੋਨਾਂ ਦਾ। ਇਹਨੇ ਵੀ ਉਹੀਓ ਕੰਮ ਕੀਤਾ ਜਿਹੜਾ ਇਹਨਾਂ ਦੋਨਾਂ ਨੇ ਕੰਬਾਈਨਡ ਕੀਤਾ। ਹੈਂਸ ਇਟ ਇਜ਼ ਅ ਰਿਜ਼ਲਟੈਂਟ ਵੈਕਟਰ। ਹਾਂਜੀ ਬੇਟਾ, ਕਲੀਅਰ। ਇਟ ਇਜ਼ ਦਾ ਰਿਜ਼ਲਟੈਂਟ ਵੈਕਟਰ। ਇਹ ਸਿੰਗਲ ਵੈਕਟਰ ਹੈ ਜਿਹੜਾ ਸੇਮ ਇਫੈਕਟ ਪ੍ਰੋਡਿਊਸ ਕਰਦਾ ਹੈ। ਆਓ ਇਸ ਨੂੰ ਇੱਕ ਹੋਰ ਐਗਜ਼ਾਮਪਲ ਲੈ ਕੇ ਦੇਖ ਲੈਂਦੇ ਆ। ਪਹਿਲਾਂ ਅਸੀਂ A ਤੋਂ ਸਪੋਜ਼ ਗਏ B ਤੇ। ਹਾਂਜੀ, ਕਲੀਅਰ। ਉਸ ਤੋਂ ਬਾਅਦ ਅਸੀਂ B ਤੋਂ ਗਏ, ਹਾਂਜੀ ਅਸੀਂ ਪਹੁੰਚ ਗਏ C ਤੇ। C ਤੋਂ ਬਾਅਦ ਅਸੀਂ ਜਿਹੜਾ ਹੈ D ਪੁਆਇੰਟ ਤੇ ਪਹੁੰਚ ਗਏ। D ਤੋਂ ਬਾਅਦ ਅਸੀਂ ਜਿਹੜਾ ਹੈ
E ਪੁਆਇੰਟ ਤੇ ਪਹੁੰਚ ਗਏ। ਹਾਂਜੀ ਕਲੀਅਰ। ਇਹ ਕਿੰਨੇ ਵੈਕਟਰ ਹੋ ਗਏ ਲਾਈਨ 'ਚ? A to B, B to C, C to D, D to E। ਇਹਨਾਂ ਚਾਰ ਵੈਕਟਰਸ ਨੇ 1 2 3 4। ਇਹਨਾਂ ਚਾਰ ਵੈਕਟਰਸ ਨੇ ਮੈਨੂੰ A ਤੋਂ ਹਾਂਜੀ ਕਿੱਥੇ ਪਹੁੰਚਾਇਆ ਹੈ? E ਤੇ। ਪਰ ਮੈਂ ਡਾਇਰੈਕਟਲੀ ਵੀ ਸਿੱਧਾ A ਤੋਂ E ਜਾ ਸਕਦਾ ਹੈ। ਤੇ ਆ ਜਿਹੜਾ ਵੈਕਟਰ ਹੋਏਗਾ ਜਿਹੜਾ ਸਿੰਗਲ ਉਹੀਓ ਇਫੈਕਟ ਪ੍ਰੋਡਿਊਸ ਕਰ ਰਿਹਾ ਜਿਵੇਂ ਇਹਨਾਂ ਨੇ ਚਾਰਾਂ ਨੇ ਕੀਤਾ ਹੈ। and that vector is called the resultant vector। ਹਾਂਜੀ ਕਲੀਅਰ ਹੈ। ਰਿਜ਼ਲਟੈਂਟ ਵੈਕਟਰ ਕੀ ਚੀਜ਼ ਹੈ? ਆਓ ਇਹਦੀ ਹੁਣ ਡੈਫੀਨੇਸ਼ਨ ਆਪਾਂ ਸਮਝਦੇ ਹਾਂ। ਰਿਜ਼ਲਟੈਂਟ ਵੈਕਟਰ ਆਫ ਟੂ ਔਰ ਮੋਰ ਵੈਕਟਰਸ। ਰਿਜ਼ਲਟੈਂਟ ਵੈਕਟਰ ਆਫ ਟੂ ਔਰ ਮੋਰ ਵੈਕਟਰਸ। ਆ ਦੇਖੋ, ਆ ਦੋ ਵੈਕਟਰ ਸੀ, ਇੱਥੇ ਦੋ ਤੋਂ ਜ਼ਿਆਦਾ ਵੈਕਟਰ ਨੇ। ਰਿਜ਼ਲਟੈਂਟ ਵੈਕਟਰ ਆਫ ਟੂ ਔਰ ਮੋਰ ਵੈਕਟਰ ਇਜ਼ ਡਿਫਾਈਨਡ ਐਜ਼ ਸਿੰਗਲ ਵੈਕਟਰ। ਆ ਇੱਕ ਸਾਡਾ ਜਿਹੜਾ ਹੈ ਸਿੰਗਲ ਵੈਕਟਰ ਹੁੰਦਾ ਹੈ। ਆ ਦੇਖੋ, this is a single vector which produces the same effect, ਜਿਹੜਾ same effect ਪੈਦਾ ਕਰਦਾ ਹੈ as is produced by individual vector together। ਜਿਸ ਤਰ੍ਹਾਂ ਬਾਕੀਆਂ ਨੇ ਰਲ ਕੇ ਕੀਤਾ ਉਹ ਕੱਲਾ ਹੀ ਉਹ ਕੰਮ ਕਰਦੇ, ਤੇ ਜਿਹੜਾ ਉਹ ਸਿੰਗਲ ਵੈਕਟਰ ਹੋਏਗਾ ਕੱਲੇ ਵਾਲਾ, that is called the resultant of two or more vectors। I think ਕਿ ਤੁਹਾਨੂੰ ਪਤਾ ਲੱਗ ਗਿਆ ਇਹਦੇ ਵਿੱਚੋਂ ਆ ਰਿਜ਼ਲਟੈਂਟ ਹੈ ਤੇ ਇਹਦੇ ਵਿੱਚੋਂ ਆ ਸਿੰਗਲ ਵੈਕਟਰ ਜਿਹੜਾ ਹੈ ਸਾਡਾ ਕੀ ਹੋਏਗਾ? ਉਹ ਰਿਜ਼ਲਟੈਂਟ ਵੈਕਟਰ ਹੋਏਗਾ। ਹਾਂਜੀ ਕਲੀਅਰ। ਇਸ ਤੋਂ ਬਾਅਦ ਅਸੀਂ ਨੋਟ ਕੀ ਕਰਦੇ ਹਾਂ? ਦੇਖੋ, P ਤੇ Q ਇਹਨਾਂ ਦੋਨਾਂ ਨੇ ਮੈਨੂੰ ਜਿਹੜਾ ਹੈ ਬੋਡੀ ਨੂੰ ਕਿੱਥੇ ਪਹੁੰਚਾਇਆ ਹੈ? P ਤੇ Q ਦੋਨਾਂ ਨੇ ਮੈਨੂੰ A ਤੋਂ ਲੈ ਕੇ ਜਿਹੜਾ ਹੈ C ਤੇ ਪਹੁੰਚਾਤਾ। ਤੇ ਆ ਜਿਹੜਾ ਕੱਲਾ ਵੈਕਟਰ R ਹੈ ਇਹਨੇ ਮੈਨੂੰ ਸਿੱਧਾ ਹੀ A ਤੋਂ ਕਿੱਥੇ ਪਹੁੰਚਾਤਾ? C ਤੇ ਪਹੁੰਚਾਤਾ। ਹਾਂਜੀ ਕਲੀਅਰ। ਆਓ ਇਸ ਨੂੰ ਅਸੀਂ ਹੁਣ ਇੱਕ ਹੋਰ ਫਰਦਰ ਐਗਜ਼ਾਮਪਲ ਦੇ ਨਾਲ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਧਿਆਨ ਨਾਲ ਦੇਖਣਾ ਹੈ। ਫਸਟ ਲੈਕਚਰ ਦੇ ਵਿੱਚ ਬੇਟਾ ਅਸੀਂ ਡਿਸਕਸ ਕੀਤਾ ਸੀ, ਪਹਿਲੇ ਲੈਕਚਰ ਦੇ ਵਿੱਚ ਮੈਂ ਥੋੜਾ ਡਿਸਕਸ ਕੀਤਾ ਸੀ ਕਿ ਜਿਹੜਾ ਵੈਕਟਰਸ ਹੁੰਦਾ ਹੈ, ਵੈਕਟਰ ਦੇ ਉੱਪਰ ਜਿਹੜੇ ਨੇ ਤੁਹਾਡੇ ਸਕੇਲਰ ਐਡੀਸ਼ਨ ਲਾਜ਼ ਐਪਲੀਕੇਬਲ ਨਹੀਂ ਹੁੰਦੇ। ਵੈਕਟਰ ਨੂੰ ਐਡ ਕਰਨਾ ਜਾਂ ਵੈਕਟਰ ਨੂੰ ਅਸੀਂ ਜੇ ਸਬਟਰੈਕਟ ਕਰਨਾ, ਠੀਕ ਹੈ, ਉਦੋਂ ਸਾਨੂੰ ਸਪੈਸ਼ਲ ਜਿਹੜੇ ਲਾਜ਼ ਆਪਾਂ ਜਿਹੜੇ ਯੂਜ਼ ਕਰਨੇ ਆ, ਉਹਦੇ ਬਾਰੇ ਹੁਣ ਮੈਂ ਅੱਜ ਇਸ ਲੈਕਚਰ ਵਿੱਚ ਡਿਸਕਸ ਕਰਨ ਜਾ ਰਿਹਾ। ਵੈਕਟਰ ਐਡੀਸ਼ਨ ਲਾਜ਼। ਹਾਂਜੀ ਕਲੀਅਰ। ਹੁਣ ਸਕੇਲਰ ਵਾਲੇ ਲਾਜ਼ ਜਿਹੜੇ ਨੇ ਉਹ ਕਿਉਂ ਨਹੀਂ ਐਪਲੀਕੇਬਲ? ਆਓ ਪਹਿਲਾਂ ਇਸ ਨੂੰ ਆਪਾਂ ਡਿਸਕਸ ਕਰਦੇ ਹਾਂ। ਸਪੋਜ਼ a car is moving from A to B। ਕਾਰ ਜਿਹੜੀ ਹੈ, ਕਾਰ ਹੋ ਸਕਦੀ ਹੈ, ਕੋਈ ਬੋਡੀ ਹੋ ਸਕਦੀ, ਐਨੀਥਿੰਗ। ਇੱਕ ਕਾਰ ਹੈ ਜਿਹੜੀ A ਤੋਂ B ਚਲੀ ਗਈ along east direction। ਆ ਦੇਖੋ, ਆ ਡਾਇਰੈਕਸ਼ਨਸ ਹੁੰਦੀਆਂ ਸਾਡੀਆਂ, 4 ਡਾਇਰੈਕਸ਼ਨਸ ਨੇ। ਇੱਕ ਪਾਸੇ ਈਸਟ, ਇਧਰ ਹੁੰਦਾ ਵੈਸਟ, ਇਧਰ ਨਾਰਥ ਹੋ ਗਿਆ, ਤੇ ਇਧਰ ਸਾਡੇ ਕੋਲ ਆ ਗਿਆ ਸਾਊਥ ਆ ਗਿਆ। ਮੰਨ ਲਓ ਕਿ ਇੱਕ ਕਾਰ ਜਿਹੜੀ ਹੈ A to B ਕਿਸ ਡਾਇਰੈਕਸ਼ਨ 'ਚ ਗਈ? ਇਨ ਦਾ ਡਾਇਰੈਕਸ਼ਨ ਈਸਟ, ਈਸਟ ਵਾਲੇ ਪਾਸੇ ਗਈ। ਐਂਡ ਇਟ ਕਵਰਸ ਅ ਡਿਸਟੈਂਸ, ਉਹਨੇ ਡਿਸਟੈਂਸ ਕਵਰ ਕੀਤਾ ਸਪੋਜ਼ 3 ਮੀਟਰ। ਕਾਰ ਜਿਹੜੀ ਹੈ A to B ਗਈ along east and it covers a distance 3 meter, and when the car या body reaches at point B, then it start moving along north। ਉਹ north ਵਾਲੇ ਪਾਸੇ ਉਹਨੇ ਜਾਣਾ ਸ਼ੁਰੂ ਕਰ ਦਿੱਤਾ। ਹਾਂਜੀ ਕਲੀਅਰ। and it cover 4 ਮੀਟਰ, ਉਹਨੇ 4 ਮੀਟਰ ਕਵਰ ਕੀਤਾ ਤੇ ਉਹ ਕਿਹੜੇ ਪੁਆਇੰਟ ਤੇ ਪਹੁੰਚ ਗਈ ਹੈ? ਉਹ ਪਹੁੰਚ ਗਈ ਪੁਆਇੰਟ C ਦੇ ਉੱਪਰ। ਹਾਂਜੀ ਕਲੀਅਰ। ਇਹਦਾ ਮਤਲਬ ਕਾਰ A ਤੋਂ B, B ਤੋਂ C ਚਲੀ ਗਈ, ਤੇ ਇਹਦਾ ਮਤਲਬ ਕੀ ਹੋਇਆ ਕਿ ਇਹ ਟੋਟਲ ਡਿਸਟੈਂਸ ਉਹਨੇ ਜਿਹੜਾ ਕਵਰ ਕੀਤਾ ਨਾ 4 + 3, ਉਹ ਤੁਹਾਡੇ ਕੋਲ ਆ ਜਾਏਗਾ 7 ਮੀਟਰ। ਇਹ ਟੋਟਲ ਜਿਹੜਾ ਉਹਨੇ ਕਵਰ ਕੀਤਾ 4 + 3 7 ਮੀਟਰ ਉਹਨੇ ਕਵਰ ਕੀਤਾ A ਤੋਂ C ਤੱਕ ਪਹੁੰਚਣ ਤੱਕ ਦਾ। ਹਾਂਜੀ ਕਲੀਅਰ। ਬਟ ਕੈਨ ਆਈ ਗੋ ਡਾਇਰੈਕਟਲੀ? ਕੀ ਮੈਂ ਡਾਇਰੈਕਟਲੀ ਜਾ ਸਕਦਾ A ਤੋਂ C?
यस मैं सीधा भी जा सकदा, जे मैं A तो C सीधा जाना होवे then I will go along this path, मैं इस डायरेक्शन दे विच सीधा ही जड़ा A तो C ते पहुंच गया। हुण मैनू आ दसो इन्हां तिन्नां विचों AB BC ते AC हमेशा जदों भी वैक्टर पढ़ना हुंदा ना वो टेल तो पढ़ीदा। ए दी टेल कित्थे आ A, AB, A दी टेल कित्थे आ BC ते आ वाला वैक्टर ए दी टेल कित्थे आ AC। हाँ जी क्लियर। इन्हां तिन्नां विचों रिजल्टेंट वैक्टर किहड़ा है ते तुहाडा आंसर आएगा कि आ वाला जिहड़ा है ना यह साडा रिजल्टेंट वैक्टर है। दिस वन इज द रिजल्टेंट वैक्टर AC। नाउ प्लीज टेल, जदों असी A तो B गए B तो C गए तो साडा टोटल डिस्टेंस बनता है 7 मीटर, बट जे मैं डायरेक्टली A तो C जाना है तो मैं जिहड़ी है पाइथागोरस थ्योरम लगा के हाँ जी ए डिस्टेंस असी निकाल सकते हैं। जिहड़ा AC का स्केयर होएगा इट विल बी इक्वल टू AB स्केयर प्लस BC स्केयर। आ वाला डिस्टेंस असी निकालना है। नाउ इट विल बी 3 स्केयर प्लस 4 स्केयर एंड 9 प्लस 16 इट इज इक्वल टू 25 ते AC कितना आएगा ऊपर आ जाएगा तुहाडे कोल स्केयर रूट, इधरों स्केयर छड्डोगे स्केयर रूट एंड इट विल बी इक्वल टू 5। ए डिस्टेंस साडे कोल बन गया कितना आ गया साडे कोल 5 मीटर। एदा मतलब की होया इन्हां दोनों ने सेम इफेक्ट प्रोड्यूस किया, इन्हें कल्ले ने किया। इन्हें बॉडी नूं A तो C ते पहुंचाता ते इन्हां दोनों ने रल के पहुंचाया। इधरों जाने तो सानू 7 मीटर कवर करना पैंदा है, इधरों सीधा चल जाने तो साडे कोल 5 मीटर आंदा है। ਇਹਦਾ मतलब की होया कि साडी जिहड़े स्केलर एडिशन लॉज ने सीधा ही 3 to 5 देखो 7 बनता है ते आपां डायरैक्ट जाने तो साडा 5 आंदा है। ਇਹਦਾ मतलब स्केलर एडिशन जिहड़े लॉज ने इत्थे एप्लीकेबल नहीं ने। पहला असी ईस्ट वाले पासे गए फिर असी नॉर्थ वाले पासे गए, पर बेटा साडी आ जिहड़ी डायरेक्शन है ना इट इज नॉर्थ ऑफ ईस्ट, ईस्ट दे नॉर्थ आ गई। आ वाली डायरेक्शन ना ईस्ट रही ना है साडी नॉर्थ रही, ਇਹ ਸਾਡੀ डायरेक्शन ही चेंज हो गई, ਇਹ डायरेक्शन आई नॉर्थ ऑफ ईस्ट। ਇਹਦਾ मतलब स्केलर एडिशन ਦੇ ਜਿਹੜੇ ਲॉज ਨੇ they are not applicable for the vector addition law because ਇਹਨਾਂ ਦਾ ਦੇਖੋ ਰਿਜ਼ਲਟ ਹੀ ਨਹੀਂ ਮੈਚ ਕਰਦਾ ਪਿਆ। ਇਧਰੋਂ 7 ਬਣਦਾ ਤੇ ਅਸੀਂ ਸਿੱਧਾ ਡਾਇਰੈਕਟ ਜਾਂਦੇ ਆ ਤੇ ਸਾਡੇ ਕੋਲ ਬਣਦਾ ਹੈ 5 ਮੀਟਰ। ਹਾਂਜੀ ਕਲੀਅਰ। आई थिंक ਤੁਹਾਨੂੰ ਜਿਹੜਾ ਇੱਥੋਂ ਤੱਕ ਸਾਰਾ ਕਲੀਅਰ ਹੋ ਗਿਆ ਕਿ स्केलर एडिशन लॉज ਜਿਹੜੇ ਨੇ ਉਹ ਕਿਉਂ ਨਹੀਂ ਐਪਲੀਕੇਬਲ ਹੈਗੇ। बट बेटा इफेक्ट ते सेम प्रोड्यूस होया, सेम इफेक्ट प्रोड्यूस होया। पहुंचे किथे असी A तो C, भावें इधरों जाओ ते भावें इधरों होके चले जाओ, पहुंचे ते आपां C ते ही हां। ਇਹਦਾ मतलब आ जेड़ा साडा रिजल्टेंट वैक्टर है जिन्हों असी AC वैक्टर बोलांगे इट विल बी इक्वल टू AB वैक्टर प्लस BC वैक्टर। We can write like this। बेटा ए वेक्टर है, ए मैग्नीट्यूड नहीं है। आ मैग्नीट्यूड है 4 ते 3 7, ए 5 दे बराबर नहीं है। ਇਹਦੇ ਵਿੱਚ ਮੈਂ ਸਿਰਫ ਵੈਕਟਰ ਪਾਏ ਨੇ, ਇਹਦੇ ਦੋ ਹਿੱਸੇ ਨੇ, ਇਹਦੇ ਵਿੱਚ ਡਾਇਰੈਕਸ਼ਨ ਵੀ ਹੈ ਤੇ ਮੈਗਨੀਟਿਊਡ ਵੀ ਹੈ। ਉਹ ਅਸੀਂ ਹੁਣ ਮੈਗਨੀਟਿਊਡ ਕਿਵੇਂ ਕੱਢਣਾ ਹੈ ਉਹ ਆਪਾਂ ਨੈਕਸਟ ਆਉਣ ਵਾਲੇ ਲੈਕਚਰ ਵਿੱਚ ਫਾਈਂਡ ਕਰਾਂਗੇ। ਬਟ ਵਾਈ ਆਈ ਹੈਵ ਰਿਟਨ ਲਾਈਕ ਦਿਸ, ਕਿਉਂ? ਬਿਕੋਜ਼ ਇਹ ਜਿਹੜਾ ਸਿੰਗਲ ਵੈਕਟਰ ਹੈ ਮੇਰਾ ਰਿਜ਼ਲਟੈਂਟ AC, ਇਹਨੇ ਉਹੀਓ ਕੰਮ ਕੀਤਾ ਜਿਹੜਾ ਇਹਨਾਂ ਦੋਨਾਂ ਵੈਕਟਰਾਂ ਨੇ ਰਲ ਕੇ ਕੀਤਾ, ਤਦੇ ਵਿੱਚ ਮੈਂ ਪਲੱਸ ਪਾ ਲਿਆ। ਹਾਲੇ ਇਹਦਾ ਮੈਗਨੀਟਿਊਡ ਵੱਖਰਾ ਨਿਕਾਲਾਂਗੇ ਤੇ ਇਹਦੀ ਜਿਹੜੀ ਡਾਇਰੈਕਸ਼ਨ ਵੀ ਜਿਹੜੀ ਹੈ ਉਹ ਆਪਾਂ ਵੱਖਰੀ ਨਿਕਾਲਣੀ ਹੈ, ਉਹ ਆਉਣ ਵਾਲੇ ਲੈਕਚਰ 'ਚ ਨਿਕਾਲਾਂਗੇ। ਬਟ ਤੁਸੀਂ ਲਿਖ ਸਕਦੇ ਹੋ ਕਿ ਰਿਜ਼ਲਟੈਂਟ ਵੈਕਟਰ ਜਿਹੜਾ ਹੈ ਇਟ ਇਜ਼ ਇਕੁਅਲ ਟੂ ਦ ਸਮ ਆਫ ਅਦਰ ਟੂ ਵੈਕਟਰਸ, ਦੂਜੇ ਵੈਕਟਰਾਂ ਦੇ ਜਿਹੜੇ ਹੈ ਉਹ ਸਮ ਦੇ ਇਕੁਅਲ ਹੈ। ਨਾਓ ਸਿਮਿਲਰਲੀ ਵੀ ਕੈਨ ਰਾਈਟ, ਮੰਨ ਲਓ ਵੀ ਇਸ ਵੈਕਟਰ ਦਾ ਨਾਮ ਸਪੋਜ਼ P ਵੈਕਟਰ, ਜਿਹੜਾ ਆ ਵੈਕਟਰ ਹੈ ਮੰਨ ਲਓ ਇਹਦਾ ਨਾਮ ਸਾਡੇ ਕੋਲ ਜਿਹੜਾ ਹੈ Q ਵੈਕਟਰ ਹੈ, ਤੇ ਜਿਹੜਾ ਰਿਜ਼ਲਟੈਂਟ ਹੁੰਦਾ ਹੈ ਇਹਨੂੰ ਅਸੀਂ ਹਮੇਸ਼ਾ R ਨਾਲ ਲਿਖਦੇ ਹਾਂ। ਰਿਜ਼ਲਟੈਂਟ R ਤੋਂ ਸਟਾਰਟ ਹੁੰਦਾ ਨਾ, ਆਪਾਂ ਨੂੰ R ਨਾਲ ਲਿਖਦੇ ਹਾਂ। ਤੇ R ਵੈਕਟਰ ਕੀ ਦੇ ਇਕੁਅਲ ਹੋਏਗਾ? R ਵੈਕਟਰ AC, R ਰਿਜ਼ਲਟੈਂਟ ਹੈ R ਦੇ ਇਕੁਅਲ ਟੂ AB ਕੀ ਆ ਜਾਏਗਾ ਸਾਡੇ ਕੋਲ P ਵੈਕਟਰ ਪਲੱਸ Q ਵੈਕਟਰ। ਹਾਂਜੀ ਕਲੀਅਰ।
कई बच्चे इस तरह लिख देंगे, आ गलत हो जाएगा जे। कोई मैग्नीट्यूड हो गए बेटा, ते आ मैग्नीट्यूड है, ए बराबर नहीं आए, मैग्नीट्यूड बराबर नहीं आना। इथे 5 सी, इथे 3 ते 4 सीगा, मैग्नीट्यूड बराबर नहीं आएंगे। वैक्टर जेडे ने ओनू लिख सकते इस तरह, वी कैन नॉट लाइक रिटन लाइक दिस। हाँ जी, क्लियर। इस तो बाद साडे कोल जेड़ा है नैक्सट जेड़ा हुण असी वैक्टर एडिशन किस तरह करनी है ਉਹਦੇ बारे बेटा असी हुण डिस्कस कर लगे हैं। हाउ टू ऐड 2 और मोर वैक्टर, असी 2 या 2 तो ज़्यादा वैक्टर ऐड किवें करने। हाँ जी, क्लियर। पिछले लैक्चर दे विच जिहड़ा है पार्ट 2 दे विच मैं तुहानूं समझाया सी कि वैक्टर नूं कदी भी रोटेट नहीं करना। जे वैक्टर नूं रोटेट कर दिता तो वैक्टर जिहड़ा है वो चेंज हो जाएगा ड्यू टू चेंज इन इट्स डायरैक्शन। जदों भी वैक्टर मान लो आ वैक्टर है, इनू तुसी रोटेट करता, इहदी ते डायरैक्शन चेंज हो गई, ਇਹਦਾ मतलब वैक्टर ही ਤੁਹਾਡਾ चेंज हो जाएगा। फिर की समझाया सी उस लैक्चर ਦੇ ਵਿੱਚ कि वैक्टर ਨੂੰ ਅਸੀਂ एक अपने ਉਹਦੇ बिल्कुल पैरेलल ਜਿਹੜਾ है शिफ्ट कर सकते हैं। वैक्टर कैन बी शिफ्टेड पैरेलल टू इटसेल्फ, वैक्टर ਨੂੰ ਉਹਦੇ पैरेलल ਜਿਹੜਾ है शिफ्ट ਕੀਤਾ जा सकता है। ਅੱਗੇ कर लो, ऊपर कर लो, पिछे कर लो, बट ओदी डायरैक्शन कभी भी चेंज नहीं करनी, ओदा मैग्नीट्यूड भी जिहड़ा है वो चेंज नहीं करना। आओ इस नूं हुण असी समझदे हां कि 2 वैक्टर्स नूं असी ऐड किस तरह करना है। आ देखो सारे ध्यान नाल देखो, मान लो कि साडे कोल आ 2 वैक्टर्स ने, दिस इज वैक्टर ए एंड दिस इज ए दूसरा वैक्टर है साडे कोल, it is vector b and I want to add, ਇਹਨਾਂ ਦੋਨਾਂ ਵੈਕਟਰਸ ਨੂੰ ਅਸੀਂ ਐਡ ਕਰਨਾ ਚਾਹੁੰਦੇ ਆ। ਐਡ ਕਰਕੇ ਇਹਨਾਂ ਦਾ ਰਿਜ਼ਲਟੈਂਟ ਫਾਈਂਡ ਆਊਟ ਕਰਨਾ ਹੈ ਕਿ ਇਹਨਾਂ ਦੋਨਾਂ ਨੇ ਸਾਨੂੰ ਫਾਈਨਲੀ ਕਿਸ ਜਗ੍ਹਾ ਤੇ ਪਹੁੰਚਾਇਆ ਹੈ, ਕਿ ਸਾਨੂੰ ਟੋਟਲ ਰਿਜ਼ਲਟੈਂਟ ਕੀ ਹੋਏਗਾ। ਜੇ फोर्स होएगी टोटल तो फाइनल रिजल्टेंट फोर्स कितनी होएगी तो किस डायरेक्शन च लगती होएगी, क्लियर। जे डिस्प्लेसमेंट है तो टोटल डिस्प्लेसमेंट किस डायरेक्शन च होएगी, क्लियर। हुण ये 2 वैक्टर्स ने, इन्हां नूं असीं बेटा ऐड करना है, कंबाइंड करके असीं इहदा रिजल्टेंट वैक्टर फाइंड करना है। सब नालों पहला तरीका आ देखो, मैं जिहड़ी हुणे डायग्राम रब कीती है वो की सीगी, लाइक दिस। मैं इत्थे छोटी जी जिहड़ी है प्लॉट कर देना। पहला ए सीगी, इत्थे सी तुहाडे कोल बी ते आ सीगा साडे कोल रिजल्टेंट वैक्टर। इत्थे लिखिया सी असी कोई मान लो इत्थे पी है, इत्थे क्यू है, मान लो इत्थे आर है, ऐ तां अपने अकॉर्डिंग नेमिंग कर लो। इत्थे मैं ए लिखता, इत्थे पी क्यू करता, वो कोई गल नहीं हुंदी। इत्थे वैक्टर ए है, उत्थे मैं पी वैक्टर लिखिया सी, क्लियर। हुण सुनो ध्यान नाल देखो, जदों भी ये 2 वैक्टर ऐड होए सी, इन्हां दा रिजल्टेंट की है आर। ए ते बी ने सानू इकट्ठे इत्थे पहुंचाता, पहला पी टू क्यू, क्यू टू आर, इत्थे पहुंचे ते ए रिजल्टेंट। ध्यान नाल देखो, इत्थे नोट करो, नोट करने वाली गल कि 2 वैक्टर जदों भी ऐड करने हैं, 2 तो ज्यादा वैक्टर ऐड करने हैं, तो ध्यान रखना है एक टेल ते एक टिप आपस विच कोइंसाइड करनी है। एक टेल ते एक टिप जिहड़ी है ना दूसरे दे नाल आपस विच इहनूं कोइंसाइड करनी है, फिर आपां इहनूं ऐड कर सकते हैं। हुण देखो आ जिहड़ा वैक्टर है इहनूं रोटेट ते कर नहीं सकते, क्लियर। इस वैक्टर नूं ए दे बिल्कुल पैरेलल मैं शिफ्ट कर सकदा है। हाँ जी, क्लियर। दिस वैक्टर कैन बी शिफ्टेड पैरेलल टू इटसेल्फ। असीं की करदे हां, इस वैक्टर नूं इथों शिफ्ट कीता, आ देखो शिफ्ट करते करते मैं बिल्कुल ये पैरेलल में शो कर रहा, देखो इनू मैं शिफ्ट कर करके बिल्कुल इत्थे लियांदा ते लाइक दिस, इनू मैं इस तरह आपां इनू प्लॉट कर दिता। हाँ जी, क्लियर। इस वैक्टर नू इस तरह शिफ्ट किया कि एदी टेल ए वैक्टर दी टिप दे नाल कोइंसाइड कर गई, क्योंकि वैक्टर नू ओदे पैरेलल शिफ्ट किया जा सकता है। अगे कर सकते हैं, पिछे कर सकते हैं, ये बिल्कुल पैरेलल आप शिफ्ट कर सकते हैं, कभी रोटेट नहीं कर सकते। इनू मैं इस तरह शिफ्ट किया कि एदी टेल ए दे जिहड़ा वैक्टर ए दे जिहड़ी है ओदे
ਟਿਪ ਦੇ ਨਾਲ ਜਿਹੜੀ ਹੈ ਉਹ ਕੋਇਨਸਾਈਡ ਕਰ ਗਈ। ਹੁਣ ਸਾਡੇ ਕੋਲ ਇੱਕ ਵੈਕਟਰ ਜਿਹੜਾ ਹੈ ਇਹਨੂੰ ਅਸੀਂ ਵਿੱਚੋਂ ਛੱਡ ਦਿੱਤਾ, ਆਹ ਵੈਕਟਰ ਮੇਰਾ ਜਿਹੜਾ ਹੈ ਇਸ ਜਗ੍ਹਾ ਤੇ ਆ ਗਿਆ। ਹਾਂਜੀ ਕਲੀਅਰ। ਨਾਓ ਇਹਨਾਂ ਦੋਨਾਂ ਵੈਕਟਰਸ ਦੇ ਪਹਿਲਾਂ ਨੇਮਿੰਗ ਕਰ ਲਓ। ਇੱਥੇ ਆ ਗਿਆ P, ਇੱਥੇ ਆ ਗਿਆ ਸਾਡੇ ਕੋਲ ਕੋਈ ਮੰਨ ਲਓ Q, ਇੱਥੇ ਅਸੀਂ S ਕਹਿ ਦਿੱਤਾ ਕਿਉਂਕਿ ਰਿਜ਼ਲਟੈਂਟ ਵਾਸਤੇ ਅਸੀਂ R ਆਪਾਂ ਲੈ ਕੇ ਚੱਲਾਂਗੇ। ਹੁਣ ਇਹਨਾਂ ਦੋਨਾਂ ਵੈਕਟਰਾਂ ਨੇ ਕੀ ਕੀਤਾ, ਸਾਨੂੰ P to Q, Q to S ਪਹੁੰਚਾਇਆ ਤੇ ਮੈਂ ਸਿੱਧਾ ਵੀ ਜਾ ਸਕਦਾ ਹਾਂ, ਸਿੱਧਾ ਹੀ ਮੈਂ S ਤੇ ਵੀ ਜਾ ਸਕਦਾ ਹਾਂ। Now that will be the resultant of these two vector। ਆ ਜਿਹੜੇ ਦੋ ਵੈਕਟਰ ਬਣਾਏ ਸੀ ਨਾ, ਮੈਂ ਇੱਥੇ ਡਾਇਗਰਾਮ ਦੁਬਾਰਾ ਬਣਾ ਦੇਣਾ ਹੈ। ਇੱਕ ਆ ਵੈਕਟਰ ਸੀ A ਤੇ ਇੱਕ ਮੇਰੇ ਕੋਲ ਆ ਵੈਕਟਰ ਸੀਗਾ ਸਾਡੇ ਕੋਲ ਕਿਹੜਾ B। ਇਹਨਾਂ ਦੋਨਾਂ ਵੈਕਟਰਾਂ ਦਾ ਜਿਹੜਾ ਰਿਜ਼ਲਟੈਂਟ ਜਿਹੜਾ ਹੋਏਗਾ will be along this side। ਆ ਜੇ ਸਾਡਾ ਰਿਜ਼ਲਟੈਂਟ। ਹਾਂਜੀ ਕਲੀਅਰ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਿਸੇ ਵੀ ਦੋ ਵੈਕਟਰਸ ਨੂੰ ਅਸੀਂ ਜੇ ਐਡ ਕਰਨਾ ਹੈ ਤੇ ਐਡ ਕਰਨ ਵਾਸਤੇ ਮੇਨ ਯਾਦ ਰੱਖ ਲਓ, ਇੱਕ ਵੈਕਟਰ ਜਿਹੜਾ ਮਰਜ਼ੀ ਪਕੜ ਲਿਓ, ਉਸ ਵੈਕਟਰ ਦੀ ਜਿਹੜੀ ਟੇਲ ਹੈ ਉਹ ਦੂਸਰੇ ਵੈਕਟਰ ਦੀ ਟਿਪ ਦੇ ਨਾਲ ਕੋਇਨਸਾਈਡ ਕਰ ਦੇਣੀ ਹੈ। ਵੈਕਟਰ ਨੂੰ ਰੋਟੇਟ ਨਹੀਂ ਕਰਨਾ, ਉਹਦੇ ਪੈਰਲਲ ਤੁਸੀਂ ਅੱਗੇ ਪਿੱਛੇ ਸ਼ਿਫਟ ਕਰ ਸਕਦੇ ਹੋ। ਹਾਂਜੀ ਕਲੀਅਰ ਹੋ ਗਿਆ। ਤੇ ਇੱਥੇ ਸਾਡੇ ਕੋਲ ਦੱਸੋ ਬੇਟਾ ਰਿਜ਼ਲਟੈਂਟ ਵੈਕਟਰ ਕਿਹਦੇ ਇਕੁਅਲ ਆਏਗਾ? ਇਟ ਵਿਲ ਬੀ ਇਕੁਅਲ ਟੂ A ਵੈਕਟਰ ਤੇ ਪਲੱਸ ਸਾਡੇ ਕੋਲ ਆ ਜਾਏਗਾ B ਵੈਕਟਰ ਦੇ ਉਹ ਇਕੁਅਲ ਹੋ ਜਾਏਗਾ। ਹਾਂਜੀ ਕਲੀਅਰ। ਨਾਓ ਇੱਕ ਹੋਰ ਐਗਜ਼ਾਮਪਲ ਦੇਖੋ, ਮੈਂ A ਨੂੰ ਸ਼ਿਫਟ ਕੀਤਾ ਸੀ, ਕੀ ਮੈਂ B ਨੂੰ ਨਹੀਂ ਸ਼ਿਫਟ ਕਰ ਸਕਦਾ? ਉਹ ਵੀ ਕਰ ਸਕਦਾ ਹੈ, ਪਰ ਮੈਂ ਸੌਰੀ ਪਹਿਲਾਂ B ਨੂੰ ਸ਼ਿਫਟ ਕੀਤਾ, ਅਸੀਂ A ਨੂੰ ਵੀ ਸ਼ਿਫਟ ਕਰ ਸਕਦੇ ਹਾਂ। ਆ ਦੇਖੋ ਮੈਂ ਦੁਬਾਰਾ ਡਾਇਗਰਾਮ ਬਣਾਉਣ ਲੱਗਾ। ਨਾਓ ਆ ਵੈਕਟਰ ਸੀ ਮੇਰਾ A ਤੇ ਆ ਵੈਕਟਰ ਸੀ ਜਿਹੜਾ ਮੇਰਾ ਸੀਗਾ B ਵੈਕਟਰ। ਇਹਨਾਂ ਦੋਨਾਂ ਦਾ ਰਿਜ਼ਲਟੈਂਟ ਫਾਈਂਡ ਕਰਨਾ ਹੈ, ਇਹਨਾਂ ਦੋਨਾਂ ਦਾ ਰਿਜ਼ਲਟੈਂਟ ਫਾਈਂਡ ਕਰਨਾ ਹੈ। ਕਲੀਅਰ। ਜੇ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਫਾਈਂਡ ਕਰਨਾ ਹੈ, ਜਾਂ ਤੇ ਇਹਨੂੰ ਸ਼ਿਫਟ ਕਰੋ, ਇਹਦੀ ਟੇਲ ਇੱਥੇ ਲਗਾ ਦਿਓ, ਜਾਂ ਇਹਨੂੰ ਸ਼ਿਫਟ ਕਰੋ ਪਹਿਲਾਂ ਉੱਪਰ, ਫਿਰ ਇਹਨੂੰ ਅੱਗੇ ਲੈ ਜਾਓ, ਇਹਦੀ ਟੇਲ ਇਹਦੇ ਨਾਲ ਅਸੀਂ ਜੁਆਇਨ ਕਰ ਦੇਣੀ ਹੈ। ਹਾਂਜੀ ਕਿਸ ਤਰ੍ਹਾਂ ਸ਼ਿਫਟ ਕਰਾਂਗੇ? ਇਸ ਵੈਕਟਰ ਨੂੰ ਪਹਿਲਾਂ ਉੱਪਰ ਨੂੰ ਸ਼ਿਫਟ ਕੀਤਾ, ਕਿਉਂਕਿ ਪੈਰਲਲ ਸ਼ਿਫਟ ਕਰ ਸਕਦੇ ਆ, ਅੱਗੇ ਵੀ ਕਰ ਸਕਦੇ ਆ। ਇਹਨੂੰ ਬਿਲਕੁਲ ਉੱਪਰ ਲੈ ਕੇ ਜਾ ਕੇ ਤੇ ਇਹਨੂੰ ਅੱਗੇ ਲੈ ਕੇ, ਹਾਂਜੀ ਸ਼ਿਫਟ ਕਰਕੇ ਕੀ ਆਏਗਾ ਸਾਡੇ ਕੋਲ ਆ ਵੈਕਟਰ ਜਿਹੜਾ ਹੈ, ਅਸੀਂ ਇੱਥੇ ਜਾ ਕੇ ਇਹਨੂੰ ਅਸੀਂ ਸ਼ੋ ਕਰ ਦਿੱਤਾ, ਦਿਸ ਇਜ਼ ਆਵਰ A ਵੈਕਟਰ। ਹਾਂਜੀ ਕਲੀਅਰ। ਦੇਖੋ ਡਾਇਰੈਕਸ਼ਨ ਸੇਮ ਹੈ, ਡਾਇਰੈਕਸ਼ਨ ਬਿਲਕੁਲ ਇਹਦੀ ਸੇਮ ਹੈ, ਠੀਕ ਹੈ। ਤੇ ਇਹਨੂੰ ਮੈਂ ਬਿਲਕੁਲ ਇਹਦੇ ਜਿਹੜਾ ਹੈ ਪੈਰਲਲ ਸ਼ਿਫਟ ਕੀਤਾ। ਆ ਵੈਕਟਰ ਹੈ ਮੇਰਾ, ਡਾਇਰੈਕਸ਼ਨ ਦੇਖੋ ਉਹਦੀ ਬਿਲਕੁਲ ਉਹਦੇ ਸੇਮ, ਇਹਨੂੰ ਜਿਹੜਾ ਆਪਾਂ ਬਿਲਕੁਲ ਉਹਦੇ ਪੈਰਲਲ ਸ਼ਿਫਟ ਕਰਕੇ ਉੱਪਰ ਲਗਾਤਾ। ਨਾਓ ਇਹਨਾਂ ਦੋਨਾਂ ਵੈਕਟਰਾਂ ਨੇ ਕੀ ਕੀਤਾ, ਇੱਥੋਂ ਇੱਥੇ ਗਏ ਫਿਰ ਇੱਧਰ ਗਏ। ਆਹ ਪੁਆਇੰਟ ਦਾ ਨਾਮ P, ਇਹਦਾ ਨਾਮ Q, ਇਹਦਾ ਨਾਮ S ਹੋ ਗਿਆ। ਇਹਦਾ ਮਤਲਬ P to Q, Q to S। ਤੇ ਅਸੀਂ ਸਿੱਧਾ ਡਾਇਰੈਕਟ ਵੀ ਜਿਹੜਾ ਹੈ P ਤੋਂ S ਵਾਲੇ ਪਾਸੇ ਆਪਾਂ ਜਾ ਸਕਦੇ ਹਾਂ, ਡਾਇਰੈਕਟ P to S। ਨਾਓ ਦਿਸ ਵਿਲ ਬੀ ਦਾ ਆਵਰ ਰਿਜ਼ਲਟੈਂਟ ਵੈਕਟਰ। ਇਹ ਸਾਡਾ ਜਿਹੜਾ ਹੈ ਰਿਜ਼ਲਟੈਂਟ ਵੈਕਟਰ ਹੋਏਗਾ। ਦੇਖੋ ਪਹਿਲਾਂ ਵੀ ਡਾਇਰੈਕਸ਼ਨ ਇੱਧਰ ਹੀ ਆਈ ਸੀ, ਪਹਿਲਾਂ ਵੀ ਡਾਇਰੈਕਸ਼ਨ ਇੱਧਰ ਹੀ ਆਈ ਸੀ, ਹੁਣ ਵੀ ਸੇਮ ਡਾਇਰੈਕਸ਼ਨ ਆਈ ਹੈ। ਤੁਸੀਂ ਵੀਡੀਓ ਪਿੱਛੇ ਕਰਕੇ ਦੇਖ ਲਓ, ਪਹਿਲਾਂ ਵੀ ਡਾਇਰੈਕਸ਼ਨ ਜਿਹੜੀ ਰਿਜ਼ਲਟੈਂਟ ਹੀ ਇੱਧਰ ਨੂੰ ਆਈ ਸੀ, ਹੁਣ ਵੀ ਇੱਧਰ ਹੈ। ਪਰ ਹੁਣ ਰਿਜ਼ਲਟੈਂਟ ਦੀ ਜਿਹੜੀ ਵੈਲਿਊ ਆਏਗੀ, ਪਹਿਲਾਂ ਕੀ ਆਏਗਾ B ਵੈਕਟਰ ਪਲੱਸ ਕਿੰਨਾ ਆਏਗਾ ਸਾਡੇ ਕੋਲ A ਵੈਕਟਰ, B ਵੈਕਟਰ ਪਲੱਸ A ਵੈਕਟਰ। ਪਹਿਲਾ ਜਿਹੜਾ ਰਿਜ਼ਲਟ ਸੀ ਜਿਹੜਾ ਮੈਂ ਰੱਬ ਕਰਤਾ, ਉਹਦੇ ਵਿੱਚ ਕੀ ਆਇਆ ਸੀ ਸਾਡੇ ਕੋਲ A ਵੈਕਟਰ ਪਲੱਸ B ਵੈਕਟਰ। ਪਹਿਲੀ ਵਾਰੀ ਇਸ ਤਰ੍ਹਾਂ ਸੀ A ਤੇ B, ਲਾਈਕ ਦਿਸ। ਪਹਿਲਾਂ ਇਸ ਤਰ੍ਹਾਂ ਸ਼ਿਫਟ ਕੀਤਾ ਸੀ B ਨੂੰ, R ਵੈਕਟਰ ਦੀ ਵੈਲਿਊ A ਪਲੱਸ B। ਹੁਣ ਕਿੰਨੀ ਆਈ B ਪਲੱਸ A। ਇਹਦਾ ਮਤਲਬ ਕਿ ਰਿਜ਼ਲਟੈਂਟ ਤੇ ਸੇਮ ਹੀ ਹੈ। ਇਟ ਮੀਨਸ A ਵੈਕਟਰ plus B vector is equal to B vector plus A vector and it is called commutative law। ਇਹਦਾ ਮਤਲਬ ਜਿਹੜੀ ਵੈਕਟਰ ਐਡੀਸ਼ਨ ਹੈ ਉਹ ਸਾਡੀ ਜਿਹੜੀ ਹੈ commutative law ਨੂੰ ਓਬੇ ਕਰਦੀ ਹੈ। ਵੈਕਟਰ ਐਡੀਸ਼ਨ law, it obeys the commutative law of vector addition। Now if the two vectors are in the same direction,
ਜੇਕਰ ਦੋ ਵੈਕਟਰਸ ਸੇਮ ਡਾਇਰੈਕਸ਼ਨ ਚ ਹੋਣਗੇ, ਮੰਨ ਲਓ ਕਿ ਦੋ ਵੈਕਟਰ ਸਾਡੇ ਸੇਮ ਡਾਇਰੈਕਸ਼ਨ ਚ ਨੇ, ਫਿਰ ਇਹਨਾਂ ਦੋਨਾਂ ਨੂੰ ਅਸੀਂ ਐਡ ਕਿਸ ਤਰ੍ਹਾਂ ਕਰਾਂਗੇ? ਇਹ ਬਹੁਤ ਈਜ਼ੀ ਹੈ, ਇਹ ਤੁਸੀਂ ਆਲਰੇਡੀ ਸਮਝ ਚੁੱਕੇ ਹੋ। ਮੰਨ ਲਓ ਵੀ ਆਹ ਵੈਕਟਰ A ਹੈ ਤੇ ਆਹ ਸਾਡੇ ਕੋਲ ਵੈਕਟਰ ਜਿਹੜਾ ਹੈ ਉਹ B ਹੈ। ਇਹਨਾਂ ਦੋਨਾਂ ਵੈਕਟਰਸ ਨੂੰ ਮੈਂ ਐਡ ਕਰਨਾ ਹੈ ਤੇ ਦੋਨੋਂ ਵੈਕਟਰ ਦੀ ਡਾਇਰੈਕਸ਼ਨ ਜਿਹੜੀ ਹੈ ਸੇਮ ਹੈ, ਤੇ ਇਹਨਾਂ ਦੋਨਾਂ ਨੂੰ ਅਸੀਂ ਐਡ ਕਿਸ ਤਰ੍ਹਾਂ ਕਰਾਂਗੇ? ਤਰੀਕਾ ਕੀ ਹੈਗਾ? ਦੋਨਾਂ ਵਿੱਚੋਂ ਇੱਕ ਵੈਕਟਰ ਪਕੜੋ, ਉਹਦੀ ਟੇਲ ਦੂਸਰੇ ਦੀ ਟਿਪ ਦੇ ਨਾਲ ਕੋਇਨਸਾਈਡ ਕਰ ਦੇਣੀ ਹੈ। ਹਾਂਜੀ ਕਲੀਅਰ? ਆ ਦੇਖੋ, ਮੰਨ ਲਓ ਮੈਂ B ਵੈਕਟਰ ਪਕੜਿਆ, ਇਹਨੂੰ ਇਹਦੇ ਸ਼ਿਫਟ ਕੀਤਾ ਪੈਰਲਲ, ਇਹ B ਵੈਕਟਰ ਨੂੰ ਉੱਪਰ ਸ਼ਿਫਟ ਕੀਤਾ ਤੇ ਅੱਗੇ ਲੈ ਗਏ, ਇਹਦੀ ਟੇਲ ਇੱਥੇ ਲੈ ਕੇ ਆਣੀ ਹੈ ਤੇ ਸਾਡੇ ਕੋਲ ਕੀ ਆਏਗਾ? ਇਹ ਡਾਇਗਰਾਮ ਬਣ ਜਾਏਗੀ ਲਾਈਕ ਦਿਸ। ਆ ਸਾਡਾ ਹੋ ਗਿਆ A ਵੈਕਟਰ ਤੇ B ਵੈਕਟਰ ਨੂੰ ਇਹਦੇ ਪੈਰਲਲ ਸ਼ਿਫਟ ਕਰਕੇ ਅੱਗੇ ਲੈ ਜਾਓ ਤੇ ਇਹਦੇ ਅਸੀਂ ਇੱਥੇ ਜਾ ਕੇ ਜਿਹੜਾ ਹੈ ਅਸੀਂ ਉਹ ਵੈਕਟਰ ਜਿਹੜਾ B ਇੱਥੇ ਆਪਾਂ ਸ਼ੋ ਕਰ ਦਿੱਤਾ ਤੇ ਸਾਡੇ ਕੋਲ ਜਿਹੜਾ ਰਿਜ਼ਲਟੈਂਟ ਕਿੰਨਾ ਆਏਗਾ? ਇਹ ਟੋਟਲ ਦੇਖੋ, ਪਹਿਲਾਂ A ਤੋਂ ਪਹਿਲਾਂ ਇੱਥੇ ਗਏ, ਪਹਿਲਾਂ P, ਇੱਥੇ Q, ਇੱਥੇ S, ਪਹਿਲਾਂ ਕਿੱਧਰ ਗਏ? P to Q, ਫਿਰ ਕਿੱਧਰ ਗਏ? Q to S, ਤੇ ਇਹਦਾ ਮਤਲਬ ਹੁਣ ਮੇਰਾ ਰਿਜ਼ਲਟੈਂਟ ਕਿਹੜਾ ਹੋਇਆ? ਮੈਂ ਪਹੁੰਚਿਆ ਕਿੱਥੇ? P to Q, Q to S, ਤੇ ਮੈਂ ਆ ਜਿਹੜਾ ਮੇਰਾ ਸਿੱਧਾ ਹੀ ਜਿਹੜਾ ਰਿਜ਼ਲਟੈਂਟ ਆਏਗਾ, that will be my resultant, ਉਹਦਾ ਨਾਮ ਹੋਏਗਾ PS, ਤੇ ਇਹਦੀ ਜਿਹੜੀ ਵੈਲਿਊ ਹੋਏਗੀ, ਸਿੱਧਾ ਰਿਜ਼ਲਟੈਂਟ ਆ ਗਿਆ, ਇੱਥੇ ਸਿੱਧਾ ਚੱਲ ਜਾਓ, ਦੋ ਹਿੱਸੇ 'ਚ ਲਿਖਣ ਦੀ ਲੋੜ ਨਹੀਂ, and that will be equal to A ਵੈਕਟਰ ਪਲੱਸ ਸਾਡੇ ਕੋਲ ਕੀ ਆ ਜਾਏਗਾ? B ਵੈਕਟਰ। ਹਾਂਜੀ ਕਲੀਅਰ ਹੋ ਗਿਆ? This is the resultant of these two vectors when they are acting in the same direction। ਹਾਂਜੀ ਕਲੀਅਰ? ਇੱਕ ਚੀਜ਼ ਨੋਟ ਕਰਨਾ ਇਹਦੇ ਵਿੱਚ, ਜਦੋਂ ਵੀ ਦੋ ਵੈਕਟਰਸ, ਇਹ ਨੋਟ ਕਰ ਲਓ, ਅੱਗੇ ਜਾ ਕੇ ਮੈਂ ਪ੍ਰੂਵ ਕਰਾਵਾਂਗਾ, ਜਦੋਂ ਵੀ ਦੋ ਵੈਕਟਰਸ ਸੇਮ ਡਾਇਰੈਕਸ਼ਨ 'ਚ ਐਕਟ ਹੋ ਰਹੇ ਨੇ ਤੇ ਧਿਆਨ ਰੱਖਣਾ ਹੈ ਰਿਜ਼ਲਟੈਂਟ ਦਾ ਜਿਹੜਾ ਮੈਗਨੀਟਿਊਡ ਹੋਏਗਾ ਨਾ, ਜਿਹੜਾ ਮੈਗਨੀਟਿਊਡ ਹੋਏਗਾ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਬਿਲਕੁਲ ਲਿਖ ਸਕਦੇ ਹਾਂ ਇਹਦਾ ਮੈਗਨੀਟਿਊਡ, ਉੱਤੇ ਵੈਕਟਰ ਪਾਓ ਨਾ ਪਾਓ, ਪਰ ਜਦੋਂ ਟ੍ਰਾਇੰਗਲ ਬਣੀ ਸੀ ਪੂਰੀ ਉਸ ਟਾਈਮ ਤੇ ਅਸੀਂ ਇਸ ਰਿਜ਼ਲਟ ਨੂੰ ਇਸ ਤਰ੍ਹਾਂ ਨਹੀਂ ਲਿਖ ਸਕਦੇ। ਜਦੋਂ ਦੋ ਵੈਕਟਰ ਸੇਮ ਡਾਇਰੈਕਸ਼ਨ 'ਚ ਹੁੰਦੇ ਨੇ ਤੇ ਅਸੀਂ ਜਸਟ ਇਹਨਾਂ ਦੇ ਮੈਗਨੀਟਿਊਡ ਸਿੱਧਾ ਹੀ ਐਡ ਕਰ ਲੈਣੇ ਆ। ਮੰਨ ਲਓ ਆ ਸਾਡੇ ਕੋਲ 4 ਮੀਟਰ ਹੈ, ਆ ਕਿੰਨਾ ਹੈਗਾ 3, ਤੇ ਆਪਾਂ ਇੱਥੋਂ ਇੱਥੇ ਪਹੁੰਚੇ ਆ ਸਿੱਧਾ ਹੀ, ਤੇ ਇਹ ਸਾਡੇ ਕੋਲ ਪੂਰਾ 7 ਹੀ ਆਏਗਾ, ਰਿਜ਼ਲਟੈਂਟ ਐਰ ਕੀ ਪੂਰਾ 7 ਆਏਗਾ। ਪਰ ਜੇ ਇਸ ਤਰ੍ਹਾਂ ਸੀਗਾ ਕੇਸ, ਪਹਿਲਾਂ ਆ ਸੀਗਾ 3 ਮੀਟਰ, ਫਿਰ ਮੈਂ ਉੱਪਰ ਚੱਲ ਗਿਆ ਸੀ, ਹਾਂਜੀ ਕਿੰਨਾ 4, ਤੇ ਆ ਰਿਜ਼ਲਟੈਂਟ ਜਿਹੜਾ ਹੈ ਨਾ ਉਹ ਇਹਦੇ ਬਰਾਬਰ ਨਹੀਂ ਆਏਗਾ ਪਲੱਸ ਕਰਕੇ, ਇਹ ਮੈਂ ਪਹਿਲਾਂ ਕਰਾ ਚੁੱਕਾ ਹਾਂ। ਪਰ ਜਦੋਂ ਦੋ ਵੈਕਟਰ ਸੇਮ ਡਾਇਰੈਕਸ਼ਨ 'ਚ ਹੁੰਦੇ ਨੇ ਉਦੋਂ ਉਹਨਾਂ ਦਾ ਰਿਜ਼ਲਟੈਂਟ ਫਾਈਂਡ ਕਰਨਾ ਬਹੁਤ ਈਜ਼ੀ ਹੁੰਦਾ ਹੈ। ਦੋਨਾਂ ਦਾ ਮੈਗਨੀਟਿਊਡ ਪਲੱਸ ਕਰ ਲਓ, ਇਹਦਾ ਮੈਗਨੀਟਿਊਡ A, ਇਹਦਾ ਮੈਗਨੀਟਿਊਡ ਕਿੰਨਾ ਹੁੰਦਾ ਹੈ B, ਤੇ ਇਹਨਾਂ ਦੋਨਾਂ ਨੂੰ ਪਲੱਸ ਕਰਕੇ ਅਸੀਂ ਰਿਜ਼ਲਟੈਂਟ ਸਿੱਧਾ ਵੀ ਫਾਈਂਡ ਆਊਟ ਕਰ ਸਕਦੇ ਹਾਂ। when the two vectors are acting in the same direction then you can write like this। ਤੇ ਜੇਕਰ ਉਹ ਸੇਮ ਡਾਇਰੈਕਸ਼ਨ 'ਚ ਨਹੀਂ ਹੈਗੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਮੈਗਨੀਟਿਊਡ 'ਚ ਆਪਾਂ ਨਹੀਂ ਲਿਖ ਸਕਦੇ। ਇਹ ਪੁਆਇੰਟ ਜਿਹੜਾ ਤੁਸੀਂ ਬੜੇ ਧਿਆਨ ਨਾਲ ਨੋਟ ਕਰ ਲਓ। ਤੇ ਦੂਸਰਾ ਕੇਸ, ਜੇਕਰ ਵੈਕਟਰ ਤੁਹਾਡੇ ਜਿਹੜੇ ਨੇ ਆਪੋਜੀਟ ਡਾਇਰੈਕਸ਼ਨ 'ਚ ਲੱਗੇ ਹੋਏ ਨੇ, if the vectors are in the opposite direction, ਮੰਨ ਲਓ ਵੀ ਵੈਕਟਰ ਸਾਡਾ ਆਪੋਜੀਟ ਡਾਇਰੈਕਸ਼ਨ 'ਚ ਹੈਗਾ, ਸਪੋਜ਼ this is vector A, ਆ ਵੈਕਟਰ A ਹੈ ਤੇ ਆ ਵੈਕਟਰ ਸਾਡਾ ਜਿਹੜਾ ਹੈ ਬਿਲਕੁਲ ਉਹਦੇ ਆਪੋਜੀਟ ਹੈ, B ਦੇ ਬਿਲਕੁਲ ਆਪੋਜੀਟ। ਹਾਂਜੀ ਕਲੀਅਰ? then how to find the resultant? ਆ ਵੈਕਟਰ ਹੈ ਸਾਡੇ ਕੋਲ B, ਇਹਦਾ ਰਿਜ਼ਲਟੈਂਟ ਕਿਵੇਂ ਫਾਈਂਡ ਕਰਨਾ? ਤਰੀਕਾ ਕੀ ਹੈ? ਤਰੀਕਾ ਇੱਕੋ ਹੀ ਦੱਸਿਆ ਤੁਹਾਨੂੰ ਮੈਂ, ਇੱਕ ਵੈਕਟਰ ਨੂੰ ਉਹਦੇ ਪੈਰਲਲ ਸ਼ਿਫਟ ਕਰ ਦਿਓ, ਉਹਦੀ ਟੇਲ ਦੂਸਰੇ ਵੈਕਟਰ ਦੇ ਹੈਡ ਦੇ ਨਾਲ ਕੋਇਨਸਾਈਡ ਕਰ ਦਿਓ, ਬਸ ਇੰਨਾ ਹੀ ਕੰਮ ਹੈ। ਹੁਣ ਕੀ ਕਰੀਏ? ਇਸ ਵੈਕਟਰ ਨੂੰ ਬਿਲਕੁਲ ਇਹਦੇ ਪੈਰਲਲ ਸ਼ਿਫਟ ਕੀਤਾ, ਦੱਸੋ ਆ ਟੇਲ ਕਿੱਥੇ ਜਾਏਗੀ? ਆ ਟੇਲ ਇਹਦੇ ਹੈਡ ਨਾਲ ਆਣੀ ਚਾਹੀਦੀ ਹੈ ਇੱਥੇ,
मैं की करदा इक्वल पा के आ वैक्टर देखो ध्यान दे नाल मेरा हो गया ए क्लीयर। इस वैक्टर नूं मैं बिल्कुल पैरेलल शिफ्ट कीता ते एदी टेल एदे हैड दे नाल कोइंसाइड कर दो। इत्थे एदी टेल आ गई ते डायरैक्शन ते बेटा आपां उधर नूं ही रखांगे। ए साडे कोल किहड़ा आ गया, आ गया साडे कोल वैक्टर किहड़ा आ गया साडे कोल बी। आ वैक्टर ए हो गया। दूसरा साडे कोल जिहड़ा है ओ वैक्टर जिहड़ा है साडे कोल किहड़ा आ गया आ बी। आ टेल ते हैड कोइंसाइड जे। हाँ जी क्लियर हो गया। देन इन्हां दा रिजल्टेंट किवें फाइंड करांगे, रिजल्टेंट विल बी इक्वल टू ए वैक्टर माइनस बी वैक्टर। साडा रिजल्टेंट की आएगा, वड्डे विचों छोटा इन्हां विचों बेटा माइनस हो जाएगा। कैपिटल ए विचों आ जिहड़ा है बी वैक्टर विचों ओपोजिट होने करके विचों ओ की हो गया साडा माइनस हो गया। ते आर वैक्टर दी वैल्यू कितनी आ गई साडे कोल ए वैक्टर माइनस हाँ जी बी वैक्टर। हाँ जी क्लियर। इस केस विच भी असी जिहड़ा इहदा मैग्नीट्यूड है वो असी इस तरह लिख सकते हैं। वी कैन राइट लाइक दिस, मैग्नीट्यूड नू ए वैक्टर माइनस बी लिख सकते हैं। मान लो आ 10 है, पहला असी इत्थे गए, देखो पहला असी P2 जिहड़ा है Q गए ए 10 मीटर, बाद विच तुसी Q तो इत्थे वापस आ गए, मान लो इस पॉइंट है, बाद में इत्थे वापस आ गए 3 मीटर वापस आ गए ते बाकी साडा रिजल्टेंट आई बचिया इत्थों असी इत्थे पहुंचे आ आएगा साडा 7 मीटर। दिस विल बी द रिजल्टेंट। आ जे साडा बाकी वाला रिजल्टेंट होएगा, सिर्फ तुसी इन्ना ही मूव कीता है। दिस इज आवर रिजल्टेंट। हाँ जी क्लियर। रिजल्टेंट दे विच की हुंदा है वैक्टर ए ते माइनस जिहड़ा है साडे कोल जिहड़ा है साडे कोल आ जाएगा वैक्टर बी ते इहदा साडे कोल मैग्नीट्यूड जिहड़ा आएगा ਉਹਦੇ ਵਿੱਚ ਅਸੀਂ ਮਾਈਨਸ ਸਾਈਨ ਜਿਹੜਾ ਹੈ ਆਪਾਂ ਵਿੱਚ ਪੁੱਟ ਕਰ ਸਕਦੇ ਹਾਂ। ਹਾਂਜੀ ਕਲੀਅਰ ਹੋ ਗਿਆ। ਨਾਓ ਮੈਨੂੰ ਇਸ ਕੇਸ ਵਿੱਚ ਵੈਕਟਰ ਦਾ ਰਿਜ਼ਲਟੈਂਟ ਦੱਸੋ। ਪਹਿਲਾਂ ਅਸੀਂ A ਤੋਂ B ਤੇ ਗਏ, ਪਹਿਲਾਂ ਇੱਥੇ ਗਏ, ਠੀਕ ਹੈ। ਆਫਟਰ ਕਵਰਿੰਗ 15 ਕਿਲੋਮੀਟਰ, ਮੰਨ ਲਓ ਅਸੀਂ A ਤੋਂ B ਗਏ आफ्टर कवरिंग 15 किलोमीटर, ए साडा मान लो कोई रिश्तेदार का घर है पहुंच गए या मार्केट है, असीं इत्थे चले गए। जदों असीं मान लो इहनूं AM लिख लो, मार्केट पहुंचे, मार्केट देखिया वो ते बंद है। जदों मार्केट बंद सी ते असीं उत्थों वापस तुरे सेम स्ट्रेट लाइन दे विच असीं उसे रस्ते जिहड़ा वापस आके इत्थे रस्ते विच कोई साडे जिहड़े ने कोई मान लो स्टेशन है, कोई बी कोई रिलेटिव है, उहदे घर आपां रुक गए। पहला 15 किलोमीटर गए, बाद चों असी घूम के इत्थे आ गए। इत्थों मान लो साडा 7 किलोमीटर जिहड़ा है असी इत्थों कवर कर लिया, 7 किलोमीटर इत्थे पहुंच गए। हुण दसो साडा रिजल्टेंट किहड़ा होया। पहला सीधे इधर गए, उस तो बाद इत्थे आके असी बैठ गए हैं। इहदा मतलब फाइनली कित्थे पहुंचे, फाइनली असी M ते पहुंचे हां कि फाइनली असी B ते पहुंचे हां। वी रीच एट B, इहदा मतलब दैट विल बी आवर रिजल्टेंट। आ साडा रिजल्टेंट होएगा जी, दिस विल बी आवर रिजल्टेंट। हाँ जी क्लियर है। वो कितना होएगा, 15 विचों 7 जिहड़े ने असी माइनस कर दांगे, वो साडे कोल आ जाएगा 8 किलोमीटर जिहड़ा साडा जिहड़ा है वो रिजल्टेंट होएगा। आई थिंक कि तुहानूं जिहड़ा अज दा जिहड़ा लैक्चर है वो क्लीयर हो गया। अज असी सारा मोस्टली रिजल्टेंट वैक्टर बारे ही आपां डिस्कस कीता है ते नैक्सट जिहड़ा साडा लैक्चर होएगा ਉਹਦੇ ਵਿੱਚ ਅਸੀਂ लॉज पढ़ने ने, ट्राइएंगल लॉ ऑफ वैक्टर एडिशन ते पैरेललोग्राम लॉ ऑफ वैक्टर एडिशन। ਉਹਦੇ ਉੱਪਰ ਸਾਡਾ ਮੇਨ ਫੋਕਸ ਹੋਏਗਾ ਕਿ ट्राइएंगल लॉ ऑफ वैक्टर एडिशन ਕੀ ਹੈ ਤੇ पैरेललोग्राम लॉ ऑफ वैक्टर एडिशन ਕੀ ਹੈ। ਉਹ ਬਹੁਤ ਹੀ ਇੰਪੋਰਟੈਂਟ ਲੈਕਚਰ ਹੈ ਆਉਣ ਵਾਲਾ भी, ठीक है। ਪਹਿਲਾਂ पार्ट 1 2 3 4 तक ਜਿਹੜਾ ਆਪਣੀ ਪੂਰੀ ਤਿਆਰੀ ਕਰੋ, ਫਿਰ ਜਿਹੜਾ ਹੈ ਬੇਟਾ ਆਪਾਂ 5ਵਾਂ ਲੈਕਚਰ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ, ठीक है। एक गल मैं फिर कहना है, वीडियो जो भी देखते हो लाइक जरूर कराया करो, सबसक्राइब कराया करो चैनल नू, क्लीयर, ठीक है। तो अगे भी जिहड़ा है उन्होंने शेयर कराया करो, क्योंकि तुहाडे जिहड़े जो लाइक करते हो वीडियो तो साडे वास्ते एक बड़ी वड्डी मोटिवेशन होंदी है, क्लीयर। थैंक यू।